ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1370 ਤੇ ਵਿਚਾਰ ਕੀਤੀ। 1371 ਅੰਗ ਤੇ ਭਗਤ ਕਬੀਰ ਜੀ ਦੇ ਸਲੋਕਾਂ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਚੁਗੈ ਚਿਤਾਰੈ ਵੀ ਚੁਗੈ, ਚੁਗ ਚੁਗ ਚਿਤਾਰੀ। ਜੈਸੇ ਬਚਰੇ ਕੁੰਜ ਮਨ ਮਾਇਆ ਮਮਤਾ ਰੇ। ਕਬੀਰ ਜੀ ਕਹਿੰਦੇ ਹਨ, ਕੁੰਜ ਚੋਗ ਚੁਗਦੀ ਹੈ ਅਤੇ ਆਪਣੇ ਬੱਚਿਆਂ ਨੂੰ ਯਾਦ ਰੱਖਦੀ ਹੈ ਅਤੇ ਫਿਰ ਚੁਗਦੀ ਹੈ। ਚੋਗਾ ਚੁਗਦੀ ਚੁਗਦੀ ਫਿਰ ਬੱਚਿਆਂ ਨੂੰ ਯਾਦ ਕਰਦੀ ਹੈ। ਜਿਸ ਤਰ੍ਹਾਂ ਬੱਚਿਆਂ ਦੀ ਯਾਦ ਕੁੰਜ ਦੇ ਮਨ ਵਿੱਚ ਰਹਿੰਦੀ ਹੈ, ਇਸ ਤਰ੍ਹਾਂ ਹੀ ਪੁਰਸ਼ ਦੇ ਮਨ ਵਿੱਚ ਮਾਇਆ ਦੀ ਮਮਤਾ ਅਪਣਤ ਲੱਗੀ ਰਹਿੰਦੀ ਹੈ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਸਰਤਾਲ। ਚਾਤ੍ਰਿਕ ਜੋ ਤਰਸਤ ਰਹੈ, ਤਿਨ ਕੋ ਕੌਣ ਹਵਾਲ। ਕਬੀਰ ਜੀ ਕਹਿੰਦੇ ਹਨ, ਆਕਾਸ਼ ਵਿੱਚ ਬੱਦਲ ਛਾਇਆ ਫੈਲਿਆ ਹੋਇਆ ਹੈ। ਮੀਂਹ ਵਰ ਕੇ ਸਰੋਵਰ ਤੇ ਤਾਲ ਭਰ ਗਏ ਹਨ, ਪਰ ਪਪੀਹਾ ਫਿਰ ਵੀ ਟੀ ਟੀ ਕਰਦਾ ਤੇ ਇੱਕ ਬੂੰਦ ਨੂੰ ਤਰਸਦਾ ਰਹਿੰਦਾ ਹੈ। ਪਰ ਜਿਹੜੇ ਸਰਬ ਸਰੋਵਰ ਰੂਪ ਵਿਆਪਕ ਪਰਮਾਤਮਾ ਨੂੰ ਛੱਡ ਕੇ ਮਾਇਆ ਪਿੱਛੇ ਤਰਸਦੇ ਫਿਰਦੇ ਹਨ, ਉਹਨਾਂ ਦਾ ਕੀ ਹਾਲ ਹੋਏਗਾ। ਉਹ ਕਦੀ ਤ੍ਰਿਪਤ ਨਹੀਂ ਹੋ ਸਕਦੇ। ਕਬੀਰ ਚੱਕਈ ਜੋ ਨਿਸ ਵਿਛੁਰੈ, ਆਏ ਮਿਲੈ ਪ੍ਰਭਾਤ। ਜੋ ਨਰ ਵਿਛੁਰੇ ਰਾਮ ਸੋ, ਨਾ ਦਿਨ ਮਿਲੇ ਨਾ ਰਾਤ। ਕਬੀਰ ਜੀ ਕਹਿੰਦੇ ਹਨ, ਚੱਕਵੀ ਜਿਹੜੀ ਆਪਣੇ ਚੱਕਵੇ ਮਾਲਕ ਨਾਲੋਂ ਰਾਤ ਨੂੰ ਵਿਛੜ ਜਾਂਦੀ ਹੈ, ਉਹ ਸੂਰਜ ਚੜ੍ਹਨ ਤੇ ਪਹਿਲਾਂ ਹੀ ਚੱਕਵੇ ਨੂੰ ਆ ਮਿਲਦੀ ਹੈ। ਪਰ ਜਿਹੜੇ ਪੁਰਸ਼ ਅਗਿਆਨ ਦੇ ਅੰਧੇਰੇ ਕਰਕੇ ਪਰਮਾਤਮਾ ਨਾਲੋਂ ਵਿਛੜੇ ਹਨ, ਉਹ ਨਾ ਦਿਨ ਸਮੇਂ ਉਸ ਨੂੰ ਮਿਲਦੇ ਹਨ ਅਤੇ ਨਾ ਰਾਤ ਨੂੰ, ਅਰਥਾਤ ਉਹ ਕਿਸੇ ਸਮੇਂ ਵੀ ਹਰੀ ਸਿਮਰਨ ਵਿੱਚ ਨਹੀਂ ਜੁੜਦੇ। ਕਬੀਰ ਰਹਿ ਨਾਇਰ ਬਿਛੋਰੀਆ, ਰਹੋ ਰੇ ਸੰਖ ਮਝੂਰ। ਦੇਵਲ ਦੇਵਲ ਧਾੜੀ, ਦੇਸੇ ਉਗਵਤ ਸੂਰ। ਕਬੀਰ ਜੀ ਕਹਿੰਦੇ ਹਨ, ਸਮੁੰਦਰ ਤੋਂ ਵਿਛੜੇ ਹੋਏ ਹੇ ਸੰਖ, ਤੂੰ ਸਮੁੰਦਰ ਦੇ ਵਿੱਚ ਮਝੂਰ ਹੀ ਰਹੋ, ਨਹੀਂ ਤਾਂ ਮੰਦਰ ਵਿੱਚ ਸੂਰਜ ਚੜ੍ਹਨ ਸਾਰ ਹੀ ਧਾਹਾਂ ਮਾਰੇਗਾ। ਕਬੀਰ ਸੂਤਾ ਕਿਆ ਕਰੇ, ਜਾਗ ਹੋਏ ਭੈ ਦੁਖ। ਜਾ ਕਾ ਬਾਸਾ ਗੋਰ ਮੈਂ, ਸੋ ਕਿਉ ਸੋਵੈ ਸੁਖ। ਏ ਕਬੀਰ, ਮਾਇਆ ਮੋਹ ਵਿੱਚ ਸੁੱਤਾ ਹੋਇਆ ਕੀ ਕਰ ਰਿਹਾ ਹੈ? ਸੁਚੇਤ ਹੋ ਕੇ ਉੱਠ ਅਤੇ ਸੰਸਾਰ ਦੇ ਦੁੱਖਾਂ ਨੂੰ
याद करके रो। अर्थात पश्चाताप कर कि अज्ञान दी नींद विच रात उम्र बतीत हो रही है। कबीर सूता क्या करे, उठ के ना जपे मुरार। एक दिन सोवन होएगो, लांबे गोड पसार। हे कबीर, तू अज्ञान दी नींद विच सुता होया की कर रिहा है? उठ के सुचेत होके परमात्मा नूं क्यों नहीं जपदा? एक दिन अंत नूं तेरा लम्मे गोडे पसार के सोना होएगा ਅਤੇ ਹੁਣ ਸਮਾਂ ਨਾ ਗਵਾ, उठ सिमरन कर। कबीर सूता क्या करे, बैठा रहो अर जाग। जाके संग ते बिछुरा, ताही के संग लाग। हे कबीर, सुता होया की कर रिहा है? बेअर्थ ਸਮਾਂ ਗਵਾ ਰਿਹਾ ਹੈ। ਸੁਚੇਤ ਹੋ ਕੇ ਬੈਠ ਅਤੇ ਜਿਸ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ ਉਸ ਦੇ ਧਿਆਨ ਵਿੱਚ ਹੀ ਲੱਗ ਜਾ, ਲਿਵਲੀਨ ਹੋ ਜਾ। ਕਬੀਰ ਸੰਤ ਕੀ ਗੱਲ ਨਾ ਛੋੜੀਐ, ਮਾਰਗ ਲਾਗਾ ਜਾਓ। पेखत ही पुनीत होए, भेटत जपिए नाओ। हे कबीर, ऐसे संतां दा रस्ता नहीं छड़ना चाहिदा, उस उत्ते तुरी जाना चाहिदा है, जिन्हां दे दर्शन करके मन पवित्र हो जांदा है ਅਤੇ मिल के परमात्मा दा नाम जपदा है। कबीर साकत संग ना कीजिए, दूरे जाइए भाग। बासन कारो परसिए, तो कछु लागे दाग। कबीर जी कहंदे हन, परमात्मा ਵੱਲੋਂ ਬੇਮੁਖਾਂ ਦੀ ਸੰਗਤ ਕਦੇ ਨਾ ਕਰੀਏ, ਉਹਨਾਂ ਤੋਂ ਦੂਰ ਹੀ ਭੱਜ ਜਾਈਏ। ਕਿਉਂਕਿ ਜਿਸ ਤਰ੍ਹਾਂ ਕਾਲੇ ਭਾਂਡੇ ਨੂੰ ਛੂਹਣ ਕਰਕੇ ਕੁਝ ਨਾ ਕੁਝ ਕਾਲਾ ਦਾਗ ਲੱਗ ਹੀ ਜਾਂਦਾ ਹੈ, ਇਸ ਤਰ੍ਹਾਂ ਮਨਮੁਖਾਂ ਦੀ ਸੰਗਤ ਕਰਨ ਨਾਲ ਮਨ ਉੱਤੇ ਉਹਨਾਂ ਦੀ ਬੁਰੀ ਕਰਨੀ ਦਾ थोड़ा बहुत प्रभाव पै जांदा है। कबीरा राम ना चेत्यो, जरा पहुँचो आए। लागी मंदिर द्वार ते, अब क्या काढ़िया जाए। हे कबीर, तू राम ਦਾ ਸਿਮਰਨ ਨਹੀਂ ਕੀਤਾ ਤੇ ਬੁਢੇਪਾ ਆਣ ਕੇ ਪਹੁੰਚ ਗਿਆ ਹੈ। ਸਰੀਰ ਰੂਪ ਮੰਦਰ ਦੇ ਬੂਹੇ ਨੂੰ ਅੱਗ ਲੱਗੀ ਹੈ। ਜਦ ਘਰ ਦੇ ਬੂਹੇ ਨੂੰ ਅੱਗ ਲੱਗ ਜਾਵੇ ਤਾਂ ਫਿਰ ਹੁਣ ਉਸ ਘਰ ਵਿੱਚੋਂ ਕੀ ਕੱਢਿਆ ਜਾ ਸਕਦਾ ਹੈ? ਭਾਓ ਫਿਰ ਕੁਝ ਵੀ ਕੱਢਿਆ ਨਹੀਂ ਜਾ ਸਕਦਾ। ਜਦ ਜਵਾਨੀ ਸਮੇਂ परमात्मा दा भजन सिमरन ना कीता अते बुढ़ेपे ने आण के सारे शरीर दे अंग पतंगां नूं निर्बल कर दिता, तां फिर सिमरन किस तरह हो सकेगा? फिर तां यही दशा हुंदी है। दिन बोड़ड़े थके भया, पुराना चोला। कबीर कारण सो भयो,
ਜੋ कीनो करतार, तिस बिन दूसर को नहीं, एक है ਸਿਰਜਨਹਾਰ। ਕਬੀਰ ਜੀ ਕਹਿੰਦੇ ਹਨ, ਉਹੀ ਕਾਰਨ ਹੁੰਦਾ ਹੈ ਜਿਹੜਾ ਪਰਮਾਤਮਾ ਆਪ ਕਰੇ। ਉਸ ਪਰਮਾਤਮਾ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ। ਉਹੀ ਇੱਕ ਸਿਰਜਣਹਾਰ ਕਾਰਨ ਸਬਬ ਬਣਾਉਣ ਵਾਲਾ ਹੈ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੈ ਖਸਮ ਕੋ, ਜੋ बीच ਨਾ ਖਾਈ ਕਾਂਬ। ਕਬੀਰ ਜੀ ਕਹਿੰਦੇ ਹਨ, ਅੰਬ ਦੇ ਬ੍ਰਿਛ ਨੂੰ ਫਲ ਲੱਗਣ ਲੱਗਦੇ ਹਨ ਅਤੇ ਫਿਰ ਉਹ ਪੱਕਣ ਲੱਗ ਪੈਂਦੇ ਹਨ। ਪੱਕ ਕੇ ਉਹੀ ਮਾਲਕ ਨੂੰ ਪਹੁੰਚਦੇ ਹਨ, ਜਿਨ੍ਹਾਂ ਨੂੰ ਇਸ ਸਮੇਂ ਵਿੱਚ ਕੋਈ ਦਾਗ ਨਹੀਂ ਲੱਗਦਾ। ਜੈਸਾ ਕਿ ਤੋਤੇ ਅਤੇ ਗਲੜਾ ਆਦਿ ਦੇ ਟੁੱਕਣ ਨਾਲ ਅਤੇ ਹਨੇਰੀ ਆਦਿ ਨਾਲ ਹੇਠਾਂ ਡਿੱਗ ਕੇ ਅੰਬ ਦਾਗੀ ਹੋ ਜਾਂਦੇ ਹਨ। ਇਹਨਾਂ ਦਾਗੀ ਅੰਬਾਂ ਨੂੰ ਬਾਗ ਦਾ ਮਾਲੀ ਛਾਂਟ ਕੇ ਉੱਥੇ ਹੀ ਛੱਡ ਜਾਂਦਾ ਹੈ ਤੇ ਸਾਫ਼ ਸੁਥਰਿਆਂ ਨੂੰ ਮਾਲਕ ਪਾਸ ਪਹੁੰਚਾ ਦਿੰਦਾ ਹੈ। ਇਸ ਤਰ੍ਹਾਂ ਹੀ ਜਦ ਪੁਰਸ਼ ਦੇ ਮੰਦੇ ਕਰਮ ਉਸ ਨੂੰ ਦਾਗੀ ਕਰ ਦਿੰਦੇ ਹਨ ਤਾਂ ਉਹ ਪਰਮਾਤਮਾ ਦੀ ਦਰਗਾਹ ਵਿੱਚ ਜਾਣ ਦੀ ਥਾਂ ਇਧਰ ਉਧਰ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਕਬੀਰ ਠਾਕੁਰ ਪੂਜੇ ਮੋਲ ਲੈ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਕਬੀਰ ਜੀ ਕਹਿੰਦੇ ਹਨ, ਮੁੱਲ ਲੈ ਕੇ ਪੱਥਰ ਦੀ ਮੂਰਤੀ ਠਾਕੁਰ ਨੂੰ ਪੂਜਦੇ ਹਨ ਅਤੇ ਮਨ ਦੇ ਹੱਠ ਕਰਕੇ ਤੀਰਥ ਕਰਨ ਜਾਂਦੇ ਹਨ। ਇੱਕ ਦੂਜੇ ਨੂੰ ਵੇਖ ਕੇ ਸਾਂਗ ਬਣਾ ਕੇ ਇਹ ਭੁੱਲੇ ਹੋਏ ਲੋਕ ਭਟਕਦੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਭਰਵਾਸੇ ਜੋ ਰਹੇ, ਬੂढ़े ਕਾਲੀ ਤਾਰ। ਕਬੀਰ ਜੀ ਕਹਿੰਦੇ ਹਨ, ਪੱਥਰ ਨੂੰ ਪਰਮੇਸ਼ਰ ਮੰਨ ਕੇ ਸਾਰਾ ਸੰਸਾਰ ਉਸ ਦੀ ਪੂਜਾ ਕਰਦਾ ਹੈ, ਪਰ ਜਿਹੜਾ ਇਸ ਪਰਵਾਸੇ ਵਿੱਚ ਰਹੇਗਾ ਕਿ ਪੱਥਰ ਪੂਜਣ ਨਾਲ ਉਸ ਦੀ ਗਤੀ ਹੋ ਜਾਏਗੀ, ਉਸ ਨੂੰ ਡੂੰਘੇ ਪਾਣੀ ਵਿੱਚ ਡੁੱਬਦਿਆ ਸਮਝੋ। ਕਬੀਰ ਕਾਗਦ ਕੀ ਉਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਮੀ, ਪੰਡਿਤ ਪਾੜੀ ਬਾਟ। ਕਬੀਰ ਜੀ ਕਹਿੰਦੇ ਹਨ, ਕਾਗਜ਼ ਦੀ ਉਬਰੀ ਸਿਆਹੀ ਦੇ ਕਰਮ ਅੱਖਰ ਜੋ ਹਨ, ਇਹ ਕਪਾਟ ਤਖਤੇ ਲੱਗੇ ਹੋਏ ਹਨ। ਉਸ ਕਾਗਜ਼ਾਂ ਦੀ ਕੋਠੜੀ ਨੂੰ ਪੱਥਰ ਦੀਆਂ ਮੂਰਤੀਆਂ ਨੇ ਪ੍ਰਿਥਵੀ ਦੇ ਪੁਰਸ਼ਾਂ ਨੂੰ ਸੰਸਾਰ ਸਮੁੰਦਰ ਵਿੱਚ ਡੋਬ ਦਿੱਤਾ ਹੈ ਅਤੇ ਪੰਡਤ ਰਸਤਾ ਪਾੜ ਭਾਉ ਰਾਹ ਜਾਂਦਿਆਂ ਨੂੰ ਲੁੱਟ ਰਹੇ ਹਨ, ਅਰਥਾਤ ਸਧਾਰਨ ਲੋਕਾਂ ਨੂੰ ਸ਼ਾਸਤਰਾਂ ਦੇ ਲਿਖੇ ਹੋਏ ਕਰਮ ਕਾਂਡਾਂ ਅਤੇ ਮੂਰਤੀ ਪੂਜਾ ਵਿੱਚ ਲਾ ਕੇ ਦਕਸ਼ਣਾ ਦਾਨ ਲੈ ਕੇ ਉੱਪਰ ਅਪੜਨ ਹੀ ਨਹੀਂ ਦਿੰਦੇ, ਉਰੇ ਰਾਹ ਵਿੱਚ ਲੁੱਟ ਲੈਂਦੇ ਹਨ। ਕਬੀਰ ਕਾਲ ਕਰੰਤਾ ਅਭੈ ਕਰ,
अब करता सोए ताल, पाछै कछु ना होएगा, जो सिर पर आवे काल। हे कबीर, जो ਭਲਕੇ ਕਰਨਾ ਹੈ ਉਹ ਅੱਜ ਹੀ ਕਰ, ਅਤੇ ਜੋ ਅੱਜ ਕਰਨਾ ਹੈ ਉਹ ਤਤ ਛਿਨ ਹੀ ਕਰ, ਫਿਰ ਪਿੱਛੋਂ ਕੁਝ ਨਹੀਂ ਹੋ ਸਕਦਾ। ਜਦੋਂ ਸਿਰ ਉੱਤੇ ਮੌਤ ਆ ਜਾਂਦੀ ਹੈ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦੀਸੈ ਚੰਚਲ ਬਹੁ ਗੁਣਾ, ਮਤਹੀਣਾ ਨਾ ਪਾਕ। ਕਬੀਰ ਜੀ ਕਹਿੰਦੇ ਹਨ, ਇੱਕ ਐਸਾ ਪੁਰਸ਼ ਵੇਖਿਆ ਹੈ ਜਿਸ ਤਰ੍ਹਾਂ ਦੀ ਧੋਤੀ ਹੋਈ ਲਾਖ ਹੁੰਦੀ ਹੈ, ਜੋ ਬਾਹਰੋਂ ਬੜੀ ਚਮਕਦੀ ਹੈ ਤੇ ਵਿੱਚੋਂ ਕਾਲੀ ਹੁੰਦੀ ਹੈ। ਐਸਾ ਪੁਰਸ਼ ਵੇਖਣ ਨੂੰ ਭਾਵੇਂ ਬਹੁਤ ਹੀ ਚਤੁਰ ਚਲਾਕ ਜਾਪਦਾ ਹੈ, ਪਰ ਉਹ ਅੰਦਰੋਂ ਬੁੱਧੀਹੀਨ ਤੇ ਅਪਵਿੱਤਰ ਹੁੰਦਾ ਹੈ, ਜੋ ਪ੍ਰਭੂ ਭਗਤੀ ਅਤੇ ਸਿਮਰਨ ਨਹੀਂ ਕਰਦਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸ ਕਾਰ, ਜਿਨ ਇਹ ਜਮਿਆ ਸਿਰਜਿਆ, ਸੋ ਜਪਿਆ ਪਰਵਿਦਗਾਰ। ਕਬੀਰ ਜੀ ਕਹਿੰਦੇ ਹਨ, ਮੇਰੀ ਬੁੱਧੀ ਦੀ ਜਮਰਾਜ ਵੀ ਨਿਰਾਦਰੀ ਨਹੀਂ ਕਰ ਸਕਦਾ। ਮੈਂ ਉਸ ਪਾਲਣਾ ਕਰਨ ਵਾਲੇ ਪ੍ਰਭੂ ਨੂੰ ਸਿਮਰਿਆ ਹੈ, ਜਿਸ ਨੇ ਜਮ ਨੂੰ ਪੈਦਾ ਕੀਤਾ ਹੈ। ਕਬੀਰ ਕਸਤੂਰੀ ਭਇਆ, ਭਵਰ ਭਏ ਸਭ ਦਾਸ, ਜੋ ਜੋ ਭਗਤ ਕਬੀਰ ਕੀ, ਤੋ ਤੋ ਰਾਮ ਨਿਵਾਸ। ਕਬੀਰ ਜੀ ਕਹਿੰਦੇ ਹਨ, ਪਰਮਾਤਮਾ ਕਸਤੂਰੀ ਰੂਪ ਹੈ ਅਤੇ ਉਸ ਦੇ ਸਾਰੇ ਭਗਤ ਭੋਰਿਆਂ ਸਮਾਨ ਹਨ। ਜਿਵੇਂ ਜਿਵੇਂ ਦਾਸ ਪ੍ਰਭੂ ਦੀ ਭਗਤੀ ਕਰਦੇ ਹਨ, ਤਿਉਂ-ਤਿਉਂ ਉਹਨਾਂ ਦੇ ਮਨ ਵਿੱਚ ਪ੍ਰਭੂ ਦਾ ਨਿਵਾਸ ਹੁੰਦਾ ਜਾਂਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਕੱਲ 1372 ਅੰਗ ਤੇ ਵਿਚਾਰ ਹੋਏਗੀ। ਚੈਨਲ ਪਰਮਾਤਮ ਕੀ ਮੌਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।